बिस्मिल्लाह रहमान रहीम। सज्जनों ते मित्रों, ਉਹ ਮੁਆਸ਼ਰੇ ਤਰੱਕੀ ਯਾਫਤਾ ਕਹਾਣ ਦੇ ਹੱਕਦਾਰ ਹੁੰਦੇ ਨੇ ਜਿਹੜੇ ਲੁਕਾਈ ਨੂੰ ਬਰਾਬਰ ਦੀ ਪੱਧਰ ਉੱਤੇ ਮੁੱਢਲੇ ਹੱਕ ਦੇਣ, ਜਿੱਥੇ ਕਾਨੂੰਨ ਸਭ ਲਈ ਬਰਾਬਰ ਤੇ ਆਇਨ ਸਭ ਦੇ ਹੱਕਾਂ ਦਾ ਮੁਹਾਫਿਜ਼ ਹੋਵੇ। ਆਮ ਬੰਦਾ ਆਪਣੇ ਦਿਲ ਅੰਦਰ ਇਸ ਯਕੀਨ ਦੀ ਧੜਕਣ ਮਹਿਸੂਸ ਕਰੇ ਕਿ ਉਹਦਾ ਤੇ ਤਗੜੇ ਦੇ ਰਿਆਸਤ ਉੱਤੇ ਬਰਾਬਰ ਦਾ ਹੱਕ ਹੈ, ਉਹਨੂੰ ਤੇ ਤਗੜੇ ਨੂੰ ਇਨਸਾਫ ਦੇ ਕਟਹਿਰੇ 'ਚ ਬਰਾਬਰ ਤੋਲਿਆ ਜਾਏਗਾ। ਇਹ ਜ਼ਮਾਨਤਾਂ ਹੋਣਗੀਆਂ ਤੇ ਤਾਂ ਹੀ ਕੋਈ ਵਸਨੀਕ ਰਿਆਸਤ ਨੂੰ ਮਾਂ ਦਾ ਦਰਜਾ ਦੇਵੇਗਾ। ਅਦਮ ਤਹਫੁਜ਼ ਦਾ ਸ਼ਿਕਾਰ ਲੋਕ ਕਦੇ ਵੀ ਆਪਣੀ ਰਿਆਸਤ ਨਾਲ ਇੰਝ ਦੀ ਜ਼ਰੂਰਤ ਨਹੀਂ ਰੱਖਦੇ ਜਿਵੇਂ ਦਾ ਜਜ਼ਬਾ ਰਿਆਸਤ ਨਾਲ ਦੋਹਰੀ ਮੁਹੱਬਤ ਕਰਨ ਵਾਲੇ ਵਸਨੀਕਾਂ ਦਾ ਹੁੰਦਾ ਹੈ। ਅਸੀਂ ਸਮਾਜਾਂ ਦੀ ਉਸਾਰੀ ਅਤੇ ਬਰਬਾਦੀ ਦੀ ਤਾਰੀਖ ਵਿੱਚ ਇਹੋ ਹੀ ਪੜ੍ਹਿਆ ਹੈ। ਇਸ ਦੇ ਬਾਵਜੂਦ ਮੈਂ ਇਹ ਗੱਲ ਪੂਰੇ ਭਾਰ ਨਾਲ ਕਹਿ ਸਕਦਾ ਹਾਂ ਕਿ ਪੰਜਾਬ ਦੁਨੀਆ ਦਾ ਵਾਹਦ ਖਿੱਤਾ ਹੈ ਜਿੱਥੇ ਆਪਣੀ ਧਰਤੀ ਨਾਲ ਮੁਹੱਬਤਾਂ ਮਸ਼ਰੂਤ ਕਰਨ ਦੀ ਰਵਾਇਤ ਨਹੀਂ। ਇਸ ਧਰਤੀ ਨੇ ਹਮੇਸ਼ਾ ਆਪਣੀ ਮਿੱਟੀ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਜਨਮ ਦਿੱਤਾ। ਇੱਥੇ ਦੁੱਲੇ ਜਾਂ ਭਗਤ ਨੇ ਮੌਤ ਨੂੰ ਗਲ ਲਾਉਣ ਲੱਗਿਆ ਇਹ ਸਵਾਲ ਨਹੀਂ ਸੀ ਕੀਤਾ ਕਿ ਮੈਨੂੰ ਮੇਰੇ ਮੁਲਕ ਨੇ ਕੀ ਦਿੱਤਾ ਹੈ। ਇੰਝ ਹੀ ਰਾਜਾ ਅਹਿਮਦ ਖਾਨ ਖਲ ਜਦੋਂ ਸ਼ਹਾਦਤ ਦੀ ਰਾਹ ਵੱਲ ਟੁਰਿਆ ਤਾਂ ਉਹਨੇ ਨਫੇ ਨੁਕਸਾਨ ਦਾ ਕੋਈ ਹਿਸਾਬ ਨਹੀਂ ਸੀ ਕੀਤਾ। ਆਜ਼ਾਦੀ ਦੀ ਜੰਗ ਲੜਨ ਵਾਲੇ ਸ਼ਹੀਦ ਹੋਵਣ ਜਾਂ ਉਹਨਾਂ ਦੇ ਵਾਰਸ ਜਿਨ੍ਹਾਂ ਆਪਣੀਆਂ ਸਰਹੱਦਾਂ ਨੂੰ ਮਹਿਫੂਜ਼ ਬਣਾਉਣ ਲਈ ਆਪਣੀਆਂ ਜਾਨਾਂ ਵਾਰੀਆਂ, ਕਦੇ ਕਿਸੇ ਕੋਈ ਸਵਾਲ ਨਹੀਂ ਕੀਤਾ, ਨਾ ਹੀ ਇਹ ਪੁੱਛਿਆ ਕਿ ਸਾਡੀਆਂ ਕੁਰਬਾਨੀਆਂ ਕਦੋਂ ਰੰਗ ਲਿਆਉਣਗੀਆਂ ਅਤੇ ਇੱਥੇ ਛੋਟਾ ਵੱਡਾ ਕਦੋਂ ਬਰਾਬਰ ਹੋਵੇਗਾ, ਕਦੋਂ ਰਿਆਸਤ ਦੇ ਵਸਾਇਲ ਉੱਤੇ ਸਭ ਵਸਨੀਕਾਂ ਦਾ ਹੱਕ ਬਰਾਬਰ ਹੋਵੇਗਾ, ਕਦੋਂ ਹਨੇਰੀ ਰਾਤ ਮੁੱਕੇਗੀ ਜਿਹਦੇ ਹਨੇਰੇ ਮਾੜੇ ਬੰਦੇ ਦੀ ਇੱਜ਼ਤ ਸਣੇ ਕੋਲ ਖੁਦਾਈ ਲੁੱਟ ਕੇ ਲੈ ਜਾਂਦੇ ਨੇ। ਉਹ ਸਵੇਰ ਕਦੋਂ ਆਵੇਗੀ ਜਦ ਕਿਸੇ ਤਬਕੇ ਜਾਂ ਗਰੋਹ ਨੂੰ ਇਹ ਇਸਤਸਨਾ ਹਾਸਲ ਨਹੀਂ ਹੋਏਗੀ ਕਿ ਰਿਆਸਤ ਦੇ ਰੁੱਖ ਤੋਂ ਫਲ ਲੈਣਾ ਸਿਰਫ ਉਹਦਾ ਹੀ ਹੱਕ ਹੈ। ਜੇਠ ਹਾੜ ਦੀਆਂ ਧੁੱਪਾਂ ਜਾਂ ਫਿਰ ਪੋਹ ਮਾਘ ਦੀਆਂ ਠਰਦੀਆਂ ਰਾਤਾਂ 'ਚ ਇਹਨਾਂ ਰੁੱਖਾਂ ਦੀ ਰਾਖੀ ਕਰਨ ਵਾਲਿਆਂ ਦਾ ਕੋਈ ਹੱਕ ਨਹੀਂ ਜੋ ਉਹਦੇ ਉੱਤੇ ਕੋਈ ਸਵਾਲ ਕਰ ਸਕਣ। ਬੇਲੀਓ, ਜਿਸ ਥਾਵੇਂ ਇਹ ਵੰਡ ਪੈ ਜਾਵੇ ਕਿ ਮਾੜੇ ਤਬਕੇ ਨੂੰ ਤਗੜੇ ਦੀ ਅਯਾਸ਼ੀ ਦਾ ਮੁੱਲ ਆਪਣੀ ਭੁੱਖ ਨਾਲ ਤਾਰਨਾ ਪਵੇ ਅਤੇ ਫਿਰ ਉਹ ਸਮਾਜ ਨਾ ਵੀ ਮਰਨ ਅਤੇ ਉਹਨਾਂ ਨੂੰ ਅੱਗੇ ਵਧਣ ਦੀਆਂ ਰਾਹਾਂ ਖੋਟੀਆਂ ਹੋ ਜਾਂਦੀਆਂ ਨੇ। ਬਦਕਿਸਮਤੀ ਨਾਲ ਸਾਡਾ ਪਿਆਰਾ ਪਾਕਿਸਤਾਨ ਪਿਛਲੇ 76 ਵਰ੍ਹਿਆਂ ਤੋਂ ਜ਼ੁਲਮ ਦੇ ਇਸੇ ਦਾਇਰੇ ਵਿੱਚ ਸਫ਼ਰ ਕਰ ਰਿਹਾ ਹੈ। ਨਾ ਕੋਈ ਮੰਜ਼ਿਲ ਅਤੇ ਨਾ ਕੋਈ ਆਸ ਉਮੀਦ, ਬਸ ਜਿਹੜਾ ਦਿਨ ਲੰਘ ਜਾਵੇ ਉਹ ਹੀ ਭਲਾ, ਨਹੀਂ ਤਾਂ ਇੱਥੇ ਹਾਦਸੇ ਜਾਂ ਸਾਨੇ ਅਤੇ ਹਰ ਸਾਹ ਦਾ ਹਿੱਸਾ ਨੇ। ਮਾੜੇ ਬੰਦੇ ਦਾ ਕੀ ਜੀਣਾ ਅਤੇ ਕੀ ਮਰਨਾ, ਉਹਦੀ ਹਯਾਤੀ ਵੀ ਮਕਰੂਜ਼ ਅਤੇ ਸਾਹ ਵੀ ਗਿਰਵੀ। ਨਾ ਉਹਦੇ ਸੁਪਨਿਆਂ ਦੀ ਤਾਬੀਰਾਂ ਅਤੇ ਨਾ ਉਹਦੀਆਂ ਆਸਾਂ ਕਦੀ ਪੁੱਗਦੀਆਂ ਨੇ। ਇੰਝ ਹੀ ਕੀੜਿਆਂ ਮਕੌੜਿਆਂ ਵਾਂਗੂ ਅਸ਼ਰਾਫੀਆ ਦਾ ਭਾਰ ਚੁੱਕਦਾ ਚੁੱਕਦਾ ਇਹ ਮਾੜਾ ਬੰਦਾ ਕਦੋਂ ਆਪਣੇ ਸਾਹ ਪੂਰੇ ਕਰ ਜਾਂਦਾ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਇਹਦੇ ਵੱਸ 'ਚ ਇਹ ਵੀ ਨਹੀਂ ਕਿ ਰਿਆਸਤ ਇਸ ਨੂੰ ਕਫਨਾਨ ਜਾਂ ਦਫਨਾਨ ਦੀ ਜ਼ਿੰਮੇਵਾਰੀ ਚੁੱਕ ਲਵੇ। ਰੋਜ਼ ਦਿਹਾੜੇ ਹਜ਼ਾਰਾਂ ਐਵੇਂ ਮਰ ਜਾਂਦੇ ਨੇ ਅਤੇ ਕਰੋੜਾਂ ਜਿਉਂਦੇ ਜੀ ਆਪਣੇ ਮਰੇ ਹੋਣ ਦੀ ਜੁਰਮ ਦੀ ਸਜ਼ਾ ਭੁਗਤਦੇ ਨੇ। ਸੱਜਣੋਂ ਅਤੇ ਮਿੱਤਰੋ, ਸਾਡੀ ਰਿਆਸਤ ਦੇ ਹਾਕਮਾਂ ਨੇ ਜਿਵੇਂ ਮਿੱਥ ਲਿਆ ਹੈ ਕਿ ਅਸਾਂ ਮਾੜੇ ਬੰਦੇ ਨੂੰ ਸਾਹ ਹੀ ਨਹੀਂ ਆਉਣ ਦੇਣਾ ਤਾਂ ਜੇ ਕਿਤੇ ਉਹ ਆਪਣੇ ਹੱਕ ਮੰਗਣ ਲਈ ਖਲੋ ਹੀ ਨਾ ਜਾਵੇ। ਹਰ ਨਵੇਂ ਦਿਹਾੜੇ ਕੋਈ ਨਾ ਕੋਈ ਅਜਿਹਾ ਕਾਨੂੰਨ ਆਉਂਦਾ ਹੈ ਜਿਹੜਾ ਪਹਿਲਾਂ ਤੋਂ ਮੁਸ਼ਕਿਲ ਹਯਾਤੀ ਨੂੰ ਹੋਰ ਔਖਾ ਬਣਾ ਦਿੰਦਾ ਹੈ। ਪਿਛਲੇ ਦਿਨੀਂ ਅਤਕੇ ਇੱਜ਼ਤ ਬਾਰੇ ਜੋ ਕਾਨੂੰਨ ਪਾਸ ਕੀਤਾ ਗਿਆ ਉਹ ਕਿਸੇ ਵੀ ਆਜ਼ਾਦ ਮੁਆਸ਼ਰੇ ਦੀ ਮੌਤ ਆਖਿਆ ਜਾ ਸਕਦਾ ਹੈ। ਮੈਂ ਹਮੇਸ਼ਾ ਤੋਂ ਇਸ ਗੱਲ ਦਾ ਕਾਇਲ ਰਿਹਾ ਕਿ ਲੋਕਾਂ ਨੂੰ ਬਗੈਰ ਸਬੂਤੋਂ ਬਦਨਾਮ ਕਰਨਾ ਮੁਜਰਮਾਨਾ ਫੇਲ ਹੈ। ਇਹਦੀ ਕਰੜੀ ਸਜ਼ਾ ਹੋਣੀ ਚਾਹੀਦੀ ਹੈ, ਪਰ ਇਹਦਾ ਇਹ ਮਤਲਬ ਹਰਗਿਜ਼ ਨਹੀਂ ਕਿ ਤੁਸੀਂ ਚੋਰ ਨੂੰ ਚੋਰ ਆਖਣ ਉੱਤੇ ਪਾਬੰਦੀ ਲਾ ਦਿਓ। ਤੁਸੀਂ ਲੋਕਾਂ ਨੂੰ ਸਿਰਫ ਇਸ ਕਰਕੇ ਬੋਲਣ ਦਾ ਹੱਕ ਖੋਹ ਲਵੋ ਕਿ ਉਹਨਾਂ ਦੀਆਂ ਆਵਾਜ਼ਾਂ ਤੁਹਾਡੇ ਕੰਨਾਂ ਨੂੰ ਨਾਗਵਾਰ ਲੱਗਦੀਆਂ ਨੇ। ਉਹ ਤੁਹਾਡੀ ਗੱਲ ਨਹੀਂ ਕਰਦੇ, ਇਸ ਲਈ ਉਹਨਾਂ ਨੂੰ ਬੋਲਣ ਦਾ ਕੋਈ ਹੱਕ ਹਾਸਲ ਨਹੀਂ। ਸਵਾਏ ਲੋਕਾਂ ਤੋਂ ਬੋਲਣ ਦਾ ਹੱਕ ਖੋਹਣ ਦੇ ਇਸ ਨਵੇਂ ਕਾਨੂੰਨ ਦੀਆਂ ਕੋਸ਼ਿਸ਼ਾਂ ਦਾ ਹੋਰ ਮਕਸਦ ਕੀ ਹੈ, ਜਦ ਪਹਿਲਾਂ ਤੋਂ ਹੀ ਨਿਊਜ਼ ਚੈਨਲਾਂ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਬੇਪਤੀ ਉੱਤੇ ਗ੍ਰਿਫਤ ਲਈ ਕਾਨੂੰਨ ਮੌਜੂਦ ਨੇ। ਪਰ ਸ਼ਾਇਦ ਹੁਣ ਹਾਕਮਾਂ ਫੈਸਲਾ ਕੀਤਾ ਹੈ ਕਿ ਉਹ ਸਜ਼ਾ ਅਤੇ ਜਜ਼ਾ ਦਾ ਨਿਜ਼ਾਮ ਬਦਲ ਕੇ ਇਨਸਾਫ ਦੀ ਤਕੜੀ ਨੂੰ ਉਹਨਾਂ ਹੱਥਾਂ ਹੀ ਦੇ ਦੇਣਗੇ ਜਿਹੜੇ ਹਾਕਮਾਂ ਦੀ ਮਰਜ਼ੀ ਨਾਲ ਤੋਲਣਗੇ। ਮੈਂ ਨਹਾਇਤ ਅਦਬ ਨਾਲ ਆਪਣੇ ਹਾਕਮਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਹੜੀ ਸਿਆਸੀ ਜਮਾਤ ਹੈ ਜਿਹੜੇ ਆਗੂਆਂ ਨੇ ਵੱਡੀਆਂ ਅਦਾਲਤਾਂ ਦੇ ਮੁੱਖ ਜੱਜਾਂ ਉੱਤੇ ਘਟੀਆ ਇਲਜ਼ਾਮ ਨਹੀਂ ਲਾਏ। ਫੌਜੀ ਅਫਸਰਾਂ ਬਾਰੇ ਕਿਸ ਨੇ ਆਪਣੇ ਅੰਦਰ ਦਾ ਜ਼ਹਿਰ ਮੀਡੀਆ ਜਾਂ ਜਲਸਿਆਂ ਰਾਹੀਂ ਮੁਆਸ਼ਰੇ 'ਚ ਨਹੀਂ ਘੋਲਿਆ। ਉਹ ਕਿਹੜਾ ਸਿਆਸਤਦਾਨ ਨੇ ਜਿਸ ਆਪਣੇ ਮੁਖਾਲਫ ਦੀ ਧੋਤੀ ਨਹੀਂ ਖੋਲ੍ਹੀ। ਉਹ ਕਿਹੜਾ ਹੈ ਜਿਸ ਨੇ ਆਪਣੇ ਸਿਆਸੀ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਨੂੰ ਬੇਪਤ ਕਰਨ ਲਈ ਜਾਲੀ ਖਬਰਾਂ ਤੇ ਪੋਸਟਰ ਨਹੀਂ ਛਪਾਏ। ਸੱਜਣੋ, ਇਹ ਸਮਾਂ ਵਿੱਚ ਸਾਰੇ ਨੰਗੇ ਨੇ, ਫਾਤਮਾ ਜਨਾਹ ਤੋਂ ਲੈ ਕੇ ਬੇਨਜ਼ੀਰ ਭੱਟੋ ਤੀਕਰ ਅਤੇ ਫਿਰ ਮਰੀਮ ਨਵਾਜ਼ ਤੋਂ ਲੈ ਕੇ ਬੁਸ਼ਰਾ ਬੀਬੀ ਤੀਕਰ। ਉਹ ਕਿਹੜੀ ਜ਼ਨਾਨੀ ਹੈ ਜਿਹਦੇ ਕਿਰਦਾਰ ਨੂੰ ਬਦਨਾਮੀ ਦੇ ਛਾਜੇ ਪਾ ਕੇ ਛੱਟਿਆ ਨਹੀਂ ਗਿਆ। ਮੈਂ ਤਾਂ 76 ਵਰ੍ਹਿਆਂ ਦੀ ਸਿਆਸਤ ਨੂੰ ਇੰਝ ਹੀ ਗਲਾਸਤਾ ਭਰੇ ਇਲਜ਼ਾਮਾਂ ਨਾਲ ਢਿੱਡ ਭਰਦਿਆਂ ਵੇਖਿਆ ਹੈ। ਹਰ ਦੌਰ ਪਿਛਲੇ ਤੋਂ ਵੱਧ ਗੰਦ ਲੈ ਕੇ ਆਉਂਦਾ ਹੈ। ਸਾਨੂੰ ਇਹ ਗੱਲ ਮੰਨਣੀ ਪੈ ਗਈ
ਕਿ ਸਾਡੀ ਸਿਆਸਤ ਦੇ DNA ਵਿੱਚ ਝੂਠ ਤੇ ਗੰਦੀ ਇਲਜ਼ਾਮ ਤਰਾਸ਼ੀ ਮੌਜੂਦ ਹੈ। ਇੰਝ ਹੀ ਇਹਨਾਂ ਸਿਆਸਤਦਾਨਾਂ ਤੇ ਤਗੜਿਆਂ ਦਾ ਅਲਾਕਾਰ ਬਣ ਕੇ ਸਾਡਾ ਮੀਡੀਆ ਇਸ ਗੰਦ ਦਾ ਹਿੱਸਾ ਬਣਿਆ ਹੋਇਆ ਹੈ। ਮੀਡੀਆ ਨੂੰ ਬੰਦੂਕ ਬਣਾ ਕੇ ਵਰਤਣ ਵਾਲੇ ਮੋਢੇ ਲੱਭੋ। ਉਹ ਸੋਚਾਂ ਜਿਨ੍ਹਾਂ ਸਮਾਜ ਅੰਦਰ ਜ਼ਹਿਰ ਘੋਲਿਆ ਹੈ। ਅਸਲ ਮੁਜਰਮ ਉਹ ਨੇ ਜਿਨ੍ਹਾਂ ਹਮੇਸ਼ਾ ਨਫ਼ਰਤਾਂ ਦਾ ਕਾਰੋਬਾਰ ਕੀਤਾ ਹੈ। ਅੱਜ ਅਸੀਂ ਅਤਕੇਜ਼ਤ ਜਾਂ ਕਾਨੂੰਨ ਦੀ ਤਲਵਾਰ ਨਾਲ ਆਪਣੇ ਮੀਡੀਆ ਦੀ ਧੌਣ ਲਾਉਣ ਦੀ ਸੋਚੀ ਬੈਠੇ ਹਾਂ। ਅਸੀਂ ਆਜ਼ਾਦੀ ਇਜ਼ਹਾਰ ਨੂੰ ਇਸ ਕਾਨੂੰਨ ਦੇ ਫਾਹੇ ਚਾੜਨਾ ਚਾਹੁੰਦੇ ਹਾਂ। ਪਰ ਸਵਾਲ ਇਹ ਹੈ ਕਿ ਮੀਡੀਆ ਦਾ ਗਲ ਘੁੱਟ ਕੇ ਅਸੀਂ ਸਮਾਜ 'ਚੋਂ ਇਸ ਗੰਦ ਨੂੰ ਸਾਫ਼ ਕਰ ਸਕਦੇ ਹਾਂ। ਕੀ ਇਹ ਕਾਨੂੰਨ ਪਾਸ ਕਰਨ ਮਗਰੋਂ ਸਾਡੇ ਸਮਾਜ 'ਚੋਂ ਝੂਠੇ ਇਲਜ਼ਾਮ, ਗਾਲਮੰਦਾ ਤੇ ਅਫਵਾਹਸਾਜ਼ੀ ਦੀਆਂ ਫੈਕਟਰੀ ਬੰਦ ਹੋ ਜਾਣਗੀਆਂ? ਸੱਜਣੋ ਤੇ ਬੇਲੀਓ, ਜੇ ਸਾਡੇ ਹਾਕਮ ਸਮਝਦੇ ਨੇ ਕਿ ਮੀਡੀਆ ਨੂੰ ਪਾਬੰਦ ਕਰਕੇ ਜਾਂ ਫਿਰ ਸੋਸ਼ਲ ਮੀਡੀਆ ਦਾ ਗਲ ਘੁੱਟ ਕੇ ਉਹਨਾਂ ਦੇ ਮਕਸਦ ਹੱਲ ਹੋ ਜਾਣਗੇ, ਤੇ ਫਿਰ ਯਕੀਨ ਮੰਨੋ ਇਸ ਤੋਂ ਵੱਡੀ ਖਾਮ ਖਿਆਲੀ ਕੋਈ ਹੋ ਹੀ ਨਹੀਂ ਸਕਦੀ। ਇਹ ਲਾਵਾ ਪੱਕਦਾ ਰਹੇਗਾ ਤੇ ਅਖੀਰ ਚੌਕਾ ਚੁਰਾਇਆਂ 'ਚ ਲਤੀਫੇ, ਜੂਤਾਂ ਤੇ ਟਿਚਕਰਾ ਬਣ ਕੇ ਸਾਹਮਣੇ ਆਵੇਗਾ। ਜ਼ਿਆਦਾ ਔਰ ਅੰਦਰ ਵੀ ਇਹੋ ਪਾਲਿਸੀ ਇਖਤਿਆਰ ਕੀਤੀ ਗਈ ਸੀ। ਮੀਡੀਆ ਉੱਤੇ ਸੈਂਸਰਸ਼ਿਪ ਲਾ ਕੇ ਇਹ ਸੋਚ ਲਿਆ ਗਿਆ ਕਿ ਜਿਵੇਂ ਲੁਕਾਈ ਤਗੜਿਆਂ ਦੇ ਰੰਗ 'ਚ ਰੰਗੀ ਗਈ। ਉਸ ਦੌਰ 'ਚ ਸਾਡੇ ਭੰਡਾਂ ਤੇ ਮਰਾਸੀਆਂ ਨੇ ਵਿਆਹਾਂ ਸ਼ਾਦੀਆਂ ਉੱਤੇ ਇਹੋ ਜਿਹੇ ਲਤੀਫੇ ਤੇ ਜੁਗਤਾਂ ਸੁਣਾਈਆਂ ਕਿ ਸਮਾਜ ਨੂੰ ਮੀਡੀਆ ਉੱਤੇ ਲੱਗੀਆਂ ਪਾਬੰਦੀਆਂ ਦਾ ਅਹਿਸਾਸ ਹੀ ਨਾ ਹੋਇਆ। ਜੋ ਸੁਣਨਾ ਚਾਹੁੰਦੇ ਸਨ ਸਮਾਜ ਦੇ ਉਸ ਤਬਕੇ ਸੁਣਾਇਆ ਜਿਹਨੂੰ ਹਮੇਸ਼ਾ ਮਾੜਾ ਜਾਣਿਆ ਜਾਂਦਾ ਹੈ। ਇਹੋ ਕੁਦਰਤ ਦਾ ਸਭ ਤੋਂ ਵੱਡਾ ਇੰਤਕਾਮ ਸੀ। ਅੱਜ ਇੱਕ ਵਾਰੀ ਫੇਰ ਸਾਡਾ ਸਮਾਜ ਉਸੇ ਪਾਸੇ ਜਾ ਰਿਹਾ ਹੈ। ਅਸੀਂ ਕਰੜੀਆਂ ਪਾਬੰਦੀਆਂ ਲਾ ਕੇ ਇਹ ਸੋਚੀ ਜਾ ਰਹੇ ਹਾਂ ਕਿ ਲੋਕਾਂ ਦੀਆਂ ਜ਼ਬਾਨਾਂ ਬੰਦ ਹੋ ਗਈਆਂ ਅਤੇ ਉਹ ਸੋਚਣਾ ਵੀ ਛੱਡ ਦੇਣਗੇ। ਨਾ ਸੱਜਣੋ, ਤਾਰੀਖ ਵਿੱਚ ਅਜਿਹੇ ਚਾਲਿਆਂ ਦੇ ਨਤੀਜੇ ਹਮੇਸ਼ਾ ਮੰਦੇ ਨਿਕਲਦੇ ਨੇ। ਲੋਕਾਂ ਨੂੰ ਬੋਲਣ ਦਿਓ, ਅਖਬਾਰਾਂ ਨੂੰ ਜ਼ਿੰਦਾ ਰਹਿਣ ਦਿਓ ਅਤੇ ਸੋਸ਼ਲ ਮੀਡੀਆ ਨੂੰ ਵੀ ਸਾਹ ਲੈਣ ਦਿਓ। ਤਾਂ ਹੀ ਸਾਡਾ ਸਮਾਜ ਆਪਣੇ ਅੰਦਰ ਦਾ ਗੁਬਾਰ ਕੱਢ ਕੇ ਇੰਤਹਾ ਪਸੰਦੀ ਤੋਂ ਬਚਿਆ ਰਹੇਗਾ। ਹਾਂ, ਇਹ ਜ਼ਰੂਰ ਹੈ ਕਿ ਤੁਸੀਂ ਰਿਆਸਤ ਦੇ ਖਿਲਾਫ ਗੱਲ ਕਰਨ ਵਾਲੇ ਸ਼ਰਪਸੰਦਾਂ ਦੀ ਧੌਣ ਨੱਪੋ, ਕੱਟੜਵਾਦ ਜਾਂ ਦਹਿਸ਼ਤਗਰਦੀ ਨੂੰ ਹਵਾ ਦੇਣ ਵਾਲੇ ਨੂੰ ਸਜ਼ਾਵਾਂ ਦਿਓ। ਫਿਰਕਾ ਪ੍ਰਸਤਾਂ ਤੋਂ ਡਰਨ ਦੀ ਥਾਵੇਂ ਇਹਨਾਂ ਨੂੰ ਬੰਦੇ ਦਾ ਪੁੱਤਰ ਬਣਾਓ ਜਿਹੜਾ ਨਫ਼ਰਤਾਂ ਦਾ ਉਪਾਰ ਕਰੇ ਅਤੇ ਸਮਾਜ ਅੰਦਰ ਕਤੂਰਤਾ ਦਾ ਜ਼ਹਿਰ ਘੋਲੇ। ਉਹਨੂੰ ਇਬਰਤ ਦਾ ਨਿਸ਼ਾਨ ਬਣਾ ਦਿਓ। ਲਸਾਨੀ ਬੁਨਿਆਦਾਂ ਉੱਤੇ ਕਤਲ ਕਰਨ ਵਾਲਿਆਂ ਤੋਂ ਹਿਸਾਬ ਲਵੋ। ਮਜ਼ਹਬ, ਰੰਗ, ਨਸਲ ਜਾਂ ਫਿਰ ਮਸਲਕ ਪਾਰੋਂ ਦੂਜੇ ਦਾ ਵਜੂਦ ਬਰਦਾਸ਼ਤ ਨਾ ਕਰਨ ਵਾਲਿਆਂ ਨੂੰ ਜੇਲ੍ਹਾਂ ਅੰਦਰ ਬੰਦ ਕਰੋ। ਹਰ ਉਹ ਸ਼ਖਸ ਜਿਹੜਾ ਬੇਗਾਨੇ ਤੇ ਦੁਸ਼ਮਣ ਮੁਲਕਾਂ ਦੀ ਬੋਲੀ ਬੋਲਦਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਅਤੇ ਸਭ ਤੋਂ ਵੱਡੀ ਗੱਲ ਇਹ ਕਿ ਕਾਨੂੰਨ ਨੂੰ ਤਗੜੇ ਦੇ ਹੱਥ ਦੀ ਡਾਂਗ ਦੀ ਥਾਵੇਂ ਮਾੜੇ ਤੇ ਕਮਜ਼ੋਰ ਦਾ ਆਸਰਾ ਬਣਾਓ। ਅਦਾਲਤਾਂ 'ਚੋਂ ਤਾਸਰ ਖਤਮ ਕਰੋ ਕਿ ਇੱਥੇ ਬੈਠੇ ਜੱਜ ਇਨਸਾਫ ਦੀ ਥਾਵੇਂ ਇਨਸਾਫ ਦਾ ਕਤਲ ਕਰ ਰਹੇ ਨੇ। ਜਦ ਸਾਡੀ ਰਿਆਸਤ ਤੇ ਹਾਕਮਾਂ ਇਹ ਸਭ ਕੁਝ ਕਰ ਲਿਆ, ਫਿਰ ਯਕੀਨ ਮੰਨੋ ਸਾਨੂੰ ਨਾ ਕਿਸੇ ਅਜਿਹੇ ਕਾਨੂੰਨ ਦੀ ਲੋੜ ਪਵੇਗੀ ਅਤੇ ਨਾ ਹੀ ਆਵਾਜ਼ਾਂ ਸਵਾਲ ਬਣ ਕੇ ਕਿਸੇ ਖਾਸ ਤਬਕੇ ਦਾ ਸਕੂਨ ਬਰਬਾਦ ਕਰਨਗੀਆਂ। ਅੱਜ ਲਈ ਇੰਨਾ ਹੀ। ਇਜਾਜ਼ਤ ਦਿਓ। ਰੱਬ ਰੱਖਾ।